ਸਤਿ ਸ਼੍ਰੀ ਅਕਾਲ। ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਮਨਦੀਪ ਸਿੰਘ। ਬਹੁਤ ਹੀ ਅਹਿਮ ਸਵਾਲਾਂ ਦੇ ਉੱਪਰ ਡੱਲਾ ਜੀ ਦੇ ਨਾਲ ਵਿਚਾਰ ਚਰਚਾ ਕਰਾਂਗੇ, ਖਬਰਾਂ ਦੀ ਪੜਤਾਲ ਕਰਾਂਗੇ। ਡੱਲਾ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਮਨਦੀਪ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾ ਸਵਾਲ ਬਹੁਤ ਅਹਿਮ ਸਵਾਲ ਆ। ਨਵਜੋਤ ਸਿੰਘ ਸਿੱਧੂ ਕੱਲ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ। ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋ ਸਕਦਾ ਹੈ? ਦੇਖੋ, ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ 5:40 ਤੇ, ਔਰ ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਨੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਸਿਆਸੀ ਤਰਥੱਲੀ ਪਾ ਦਿੱਤੀ ਹੈ। ਪੋਲੀਟੀਕਲ ਐਕਸਪਰਟ ਨੇ ਜਿਹੜੇ ਉਹ ਆਪਣੇ ਆਪਣੇ ਤਰ੍ਹਾਂ ਦੇ ਬਿਆਨ ਨੇ ਜਿਹੜੇ ਇਸ ਵਕਤ ਇਹਦੇ ਤੇ ਦੇ ਰਹੇ ਨੇ, ਔਰ ਦੁਨੀਆ ਭਰ ਦੇ ਟੈਲੀਵਿਜ਼ਨਾਂ ਤੇ ਇਹ ਖਬਰ ਇਸ ਵਕਤ ਸੁਰਖੀ ਬਣ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਆਖਿਰਕਾਰ ਭਗਵੰਤ ਮਾਨ ਨੂੰ ਕਿਉਂ ਮਿਲ ਰਹੇ ਨੇ। ਪਹਿਲਾਂ ਤਾਂ ਇਹ ਦੱਸ ਦਈਏ ਕਿ ਜਿਹੜਾ ਟਵੀਟ ਕੀਤਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਸਪਸ਼ਟ ਕਿਹਾ ਕਿ ਭਗਵੰਤ ਮਾਨ ਉਹਨਾਂ ਦੇ ਨਾਲ ਜਿਹੜੀ ਇਹ ਮੀਟਿੰਗ ਹੈ ਇਹਦੇ 'ਚ ਸਲਾਹ ਮਸ਼ਵਰਾ ਹੋਣਾ ਹੈ ਕਿ ਪੰਜਾਬ ਦੀ ਇਕਨੋਮੀ ਨੂੰ ਕਿਵੇਂ ਸੁਧਾਰਿਆ ਜਾ ਸਕਦਾ। ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਲਗਭਗ 4-5-6 ਵਾਰ ਪਾਰਲੀਮੈਂਟ ਤੇ ਵਿਧਾਨ ਸਭਾ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ। ਬਹੁਤ ਵੱਡਾ ਨਵਜੋਤ ਸਿੰਘ ਸਿੱਧੂ ਕੋਲੇ ਵੀ ਤਜਰਬਾ ਹੈ। ਉਹ ਠੀਕ ਹੈ, ਇਸ ਵਾਰ ਨਹੀਂ ਜਿੱਤੇ, ਲੋਕਾਂ ਦਾ ਫੈਸਲਾ ਸਿਰ ਮੱਥੇ ਹੁੰਦਾ, ਪਰ ਉਹਨਾਂ ਕੋਲੇ ਬਹੁਤ ਵੱਡਾ ਤਜਰਬਾ ਹੈ। ਅਟਲ ਬਿਹਾਰੀ ਵਾਜਪਾਈ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਦੁਨੀਆ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਉਹ ਲਗਾਤਾਰ ਸੰਪਰਕ 'ਚ ਰਹੇ ਨੇ, ਔਰ ਇਕਨੋਮੀ ਦੇ ਖੇਤਰ 'ਚ ਨਵਜੋਤ ਸਿੰਘ ਸਿੱਧੂ ਨੇ ਬਹੁਤ ਵੱਡਾ ਕੰਮ ਕੀਤਾ। ਪੰਜਾਬ ਦੇ ਲਈ ਰੇਤੇ ਦੀ ਪਾਲਿਸੀ ਖੁਦ ਉਹਨਾਂ ਨੇ ਦੂਜੇ ਸੂਬਿਆਂ 'ਚ ਜਾ ਕੇ ਬਣਾਈ। ਐਕਸਾਈਜ਼ ਪਾਲਿਸੀ ਤੇ ਨਵਜੋਤ ਸਿੰਘ ਸਿੱਧੂ ਨੇ ਬੜੇ ਅਹਿਮ ਨੋਟ ਦਿੱਤੇ। ਕਾਰਪੋਰੇਸ਼ਨਾਂ ਦੇ ਇਸ਼ਤਿਹਾਰਾਂ ਦੀ ਪਾਲਿਸੀ ਉਹਨਾਂ ਨੇ ਅਜਿਹੀ ਬਣਾਈ ਕਿ ਸਨਅਤੀ ਕੇਂਦਰ ਤੁਹਾਡੇ ਲੁਧਿਆਣਾ ਵਾਲੀ ਜਿਹੜੀ ਕਾਰਪੋਰੇਸ਼ਨ ਹੈ ਉਹ ਬਹੁਤ ਵੱਡੇ ਘਾਟੇ 'ਚ ਸੀ, ਪਰ ਇਸ਼ਤਿਹਾਰਾਂ ਤੋਂ ਚੰਗੀ ਚੋਖੀ ਆਮਦਨ ਉਹਦੇ ਤੇ ਹੋਈ। ਉਹ ਗੱਲ ਵੱਖਰੀ ਹੈ ਕਿ ਕਿਤੇ ਨਾ ਕਿਤੇ ਇਸ਼ਤਿਹਾਰ ਮਾਫੀਆ ਜਿਹੜਾ ਉਹ ਜ਼ਿਆਦਾ ਸਮਾਂ ਉਹਨਾਂ ਨੇ ਉਸ ਪਾਲਿਸੀ ਨੂੰ ਚੱਲਣ ਨਹੀਂ ਦਿੱਤਾ, ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਵੱਖ ਹੋ ਗਏ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਉਸ ਇਸ਼ਤਿਹਾਰਾਂ ਦੀ ਪਾਲਿਸੀ ਦੇ ਨਾਲ ਫਿਰ ਤੋੜ ਮਰੋੜ ਕੀਤਾ ਗਿਆ, ਜਦਕਿ ਬਹੁਤ ਵੱਡਾ ਰੈਵਨਿਊ ਲੁਧਿਆਣਾ ਦੇ ਵਿੱਚ ਇਸ਼ਤਿਹਾਰੀ ਬੋਰਡਾਂ ਦੇ ਨਾਲ ਆਉਣਾ ਸ਼ੁਰੂ ਹੋ ਗਿਆ ਸੀ, ਔਰ ਉਹ ਪਾਲਿਸੀ ਉਹਨਾਂ ਦੀ ਇੱਕ ਮਾਡਲ ਸੀ ਕਿ ਉਹਨੂੰ ਪੂਰੇ ਪੰਜਾਬ 'ਚ ਲਾਗੂ ਕਰਕੇ ਲੋਕਲ ਬਾਡੀ ਮਹਿਕਮਾ ਬਹੁਤ ਵੱਡੀ ਰਾਸ਼ੀ ਆ ਜਿਹੜੀ ਆਮਦਨ ਦੇ ਰੂਪ 'ਚ ਹਾਸਲ ਕਰ ਸਕਦਾ ਸੀ। ਸੋ ਹੁਣ ਜਿਹੜੀ ਮੀਟਿੰਗ ਹੈ ਭਗਵੰਤ ਮਾਨ ਦੇ ਨਾਲ, ਮੈਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ, ਕਿਉਂਕਿ ਉਹ ਹਮੇਸ਼ਾ ਹੀ ਕਹਿੰਦੇ ਰਹੇ ਨੇ ਕਿ ਮੈਂ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਬਹੁਤ ਡਿਲੀਵਰ ਕਰ ਸਕਦਾ ਹੈ ਅਗਰ ਉਹ ਇਮਾਨਦਾਰੀ ਦੇ ਨਾਲ ਨੀਤੀਆਂ ਨੂੰ ਲਾਗੂ ਕਰੇ। ਸੋ ਮੈਨੂੰ ਲੱਗਦਾ ਕਿ ਐਕਸਾਈਜ਼ ਪਾਲਿਸੀ ਤੇ, ਸ਼ਰਾਬ ਦੀ ਪਾਲਿਸੀ ਤੇ, ਮਾਈਨਿੰਗ ਦੀ ਪਾਲਿਸੀ ਤੇ, ਇਸ਼ਤਿਹਾਰਾਂ ਦੀ ਪਾਲਿਸੀ ਤੇ, ਪੰਜਾਬ ਦੇ ਪਾਣੀਆਂ ਦੀ ਪਾਲਿਸੀ ਤੇ, ਸਬਜ਼ੀਆਂ ਦੀ MSP ਨਾਲ ਸੰਬੰਧਿਤ ਇਹ ਜਿਹੜੀਆਂ ਸਾਰੀਆਂ ਅਹਿਮ ਪਾਲਿਸੀਜ਼ ਨੇ ਉਹਨਾਂ ਦੇ ਉੱਤੇ ਉਹ ਜ਼ਰੂਰ ਵਿਚਾਰ ਵਟਾਂਦਰਾ ਭਗਵੰਤ ਮਾਨ ਉਹਨਾਂ ਦੇ ਨਾਲ ਕਰਨਗੇ। ਭਗਵੰਤ ਮਾਨ ਆਪ ਪਿੰਡਾਂ ਦੇ ਜੰਮੇ ਹੋਏ ਨੇ, ਪਿੰਡਾਂ ਦੇ ਵਿੱਚ ਸਰਗਰਮ ਰਹੇ ਨੇ, ਔਰ ਦੇਖੋ ਉਹ ਕਿੱਡਾ ਇਨੀਸ਼ੀਏਟਿਵ ਭਗਵੰਤ ਮਾਨ ਨੇ ਵੀ ਲਿਆ ਕਿ ਅਸਲੀ ਫਸਲੀ ਚੱਕਰ ਨੂੰ ਅਸੀਂ ਬਦਲਣਾ। ਐਕਸਪੈਰੀਮੈਂਟ ਨੇ, ਮੂੰਗੀ ਦੇ ਉੱਤੇ MSP ਦੀ ਗੱਲ ਕੀਤੀ ਹੈ, ਇਹਦਾ ਸਵਾਗਤ ਹੋਣਾ ਚਾਹੀਦਾ ਹੈ। 20 ਮਈ ਤੋਂ ਝੋਨੇ ਦੀ ਲੁਆਈ ਬਾਰੇ ਭਗਵੰਤ ਮਾਨ ਨੇ ਪਹਿਲ ਕੀਤੀ ਹੈ, ਇਹਦਾ ਵੀ ਸਵਾਗਤ ਹੈ। ਉਹ ਠੀਕ ਹੈ, ਬਹੁਤ ਸਾਰੇ ਕਿਸਾਨਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਸਿਰਫ 1500 ਰੁਪਇਆ ਤੁਸੀਂ ਦੇ ਰਹੇ ਹੋ। ਚਾਰ ਜ਼ੋਨ ਦੇ ਵਿੱਚ, 3 ਜ਼ੋਨ ਦੇ ਵਿੱਚ ਜਿਹੜੀ ਵੰਡਣ ਦੀ ਉਹਨਾਂ ਨੇ ਗੱਲ ਕੀਤੀ ਹੈ। ਪੰਜਾਬ ਦੀ ਜਿਹੜੀ ਪੈਡੀ ਕਲਟੀਵੇਸ਼ਨ ਹੈ, ਸੋਇੰਗ ਹੈ ਪੈਡੀ ਦੀ, ਜਿਹੜੀ ਬੀਜਣਾ ਅਸੀਂ ਝੋਨਾ, ਉਹਦੇ ਬਾਰੇ ਉਹਦਾ ਵੀ ਮਿਲਿਆ ਜੁਲਿਆ ਪ੍ਰਤੀਕਰਮ ਹੈ। ਪਰ ਭਗਵੰਤ ਮਾਨ ਐਫਰਟ ਕਰ ਰਹੇ ਨੇ ਐਗਰੀਕਲਚਰ ਨੂੰ ਇੰਪਰੂਵ ਕਰਨ ਦੇ ਲਈ। ਮਾਈਨਿੰਗ ਦੇ ਉੱਤੇ ਕੋਈ ਦੋ ਰਾਏ ਨਹੀਂ ਹੈ ਕਿ ਮਾਈਨਿੰਗ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਮਾਫੀਆ ਪੱਖੋਂ। ਪੰਜਾਬ 'ਚ ਮਾਫੀਆ ਬਹੁਤ ਹੱਦ ਤੱਕ ਖਤਮ ਹੋਇਆ, ਪਰ ਇਹ ਨੀਤੀਗਤ ਫੈਸਲਾ ਹੈ ਕਿ ਅਸੀਂ ਇਨਕਮ ਕਿਉਂ ਨਹੀਂ ਜਨਰੇਟ ਕਰ ਰਹੇ ਰੇਤੇ ਤੋਂ। ਸੋ ਰੇਤੇ ਤੋਂ ਵੱਧ ਪੈਸਾ ਕਿਵੇਂ ਸੂਬੇ ਦੇ ਖਜ਼ਾਨੇ 'ਚ ਆਵੇ, ਇਸ ਦਿਸ਼ਾ 'ਚ ਕੰਮ ਹੋਣ ਵਾਲਾ ਹੈ। ਔਰ ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਦੇ ਨਾਲ ਜਿਹੜੀ ਮੀਟਿੰਗ ਹੈ ਨਵਜੋਤ ਸਿੰਘ ਸਿੱਧੂ ਦੀ, ਇਹ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਊਗਾ। ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਿੰਨਾ ਕੁ ਮੈਂ ਸਮਝਦਾ, ਦੇਖਦੇ ਹਾਂ ਉਹਨਾਂ ਨੂੰ ਅਸੀਂ ਸਾਰਵਜਨਿਕ ਜੀਵਨ ਦੇ ਵਿੱਚ, ਉਹ ਚਾਹੁੰਦੇ ਨੇ ਕਿ ਅਜਿਹਾ ਮੁੱਖ ਮੰਤਰੀ ਆਵੇ ਜਿਹੜਾ ਪੰਜਾਬ ਦੇ ਭਲੇ ਦੀਆਂ ਪਾਲਿਸੀਆਂ ਜਿਹੜੀਆਂ ਉਹਨਾਂ ਨੂੰ ਲਾਗੂ ਕਰੇ। ਔਰ ਭਗਵੰਤ ਮਾਨ ਦੇ ਵਿੱਚ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਨੀਤੀਗਤ ਵਿਰੋਧ ਨਵਜੋਤ ਸਿੰਘ ਸਿੱਧੂ ਦਾ ਹੋ ਸਕਦਾ ਕਿਸੇ ਵੀ ਪਾਰਟੀ ਨਾਲ, ਪਰ ਭਗਵੰਤ ਮਾਨ ਦੇ ਨਾਲ ਐਜ਼ ਏ CM ਮੁੱਖ ਮੰਤਰੀ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਵਿਰੋਧ ਨਹੀਂ। ਖੁਸ਼ ਨੇ ਉਹ ਕਿ ਇੱਕ ਇਮਾਨਦਾਰ ਮੁੱਖ ਮੰਤਰੀ ਪੰਜਾਬ ਦੇ ਵਿੱਚ ਆਇਆ। ਅਕਸਰ ਅਸੀਂ ਸੁਣਦੇ ਹਾਂ, ਉਹ ਹਮੇਸ਼ਾ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਭਗਵੰਤ ਮਾਨ ਮੇਰੇ ਲਈ ਯੰਗਰ ਬ੍ਰਦਰ ਦੀ ਤਰ੍ਹਾਂ, ਜਿਵੇਂ ਕੇਜਰੀਵਾਲ ਕਹਿੰਦੇ ਨੇ ਕਿ ਭਗਵੰਤ ਮਾਨ ਮੇਰਾ ਛੋਟਾ ਭਰਾ ਹੈ। ਚਲੋ, ਕੇਜਰੀਵਾਲ ਤੇ ਭਗਵੰਤ ਮਾਨ ਦੀ ਪਾਰਟੀ ਇੱਕ ਹੈ, ਪਰ ਨਵਜੋਤ ਸਿੱਧੂ ਤੇ ਭਗਵੰਤ ਮਾਨ ਦਾ ਸੂਬਾ ਇੱਕ ਹੈ। ਉਹ ਵੀ ਗੱਲ ਜਿਹੜੀ ਹੈ ਉਹ ਬੜੀ ਇੰਪੋਰਟੈਂਸ ਰੱਖਣ ਵਾਲੀ ਹੈ। ਸੋ ਮੈਨੂੰ ਲੱਗਦਾ ਜਿਹੜੀ ਇਹ ਕੱਲ ਦੀ ਮੀਟਿੰਗ ਹੈ
ਇਹ ਸ਼ਾਮ ਨੂੰ 5:15 ਵਜੇ ਮੀਟਿੰਗ ਹੈ। ਇਹ ਮੀਟਿੰਗ ਬਹੁਤ ਜ਼ਿਆਦਾ ਫਰੂਟਫੁਲ ਰਹਿਣ ਵਾਲੀ ਹੈ ਔਰ ਕਿਤੇ ਨਾ ਕਿਤੇ ਦੋਨੇ ਵੱਡੇ ਲੀਡਰਾਂ ਦੇ ਵਿੱਚ ਚੰਗਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਊਗਾ ਔਰ ਇਹਦੇ ਨਾਲ ਕਿਤੇ ਨਾ ਕਿਤੇ ਐਫਰਟ ਹੈ ਜਿਹੜਾ ਉਹ ਪੰਜਾਬ ਦੀ ਖੇਤੀ ਨੂੰ, ਪੰਜਾਬ ਦੀ ਇਕਾਨਮੀ ਨੂੰ ਦੁਬਾਰਾ ਪਟੜੀ ਤੇ ਲੈ ਕੇ ਆਉਣ ਦੇ ਵਿੱਚ ਉਹ ਜ਼ਰੂਰ ਕਿਤੇ ਨਾ ਕਿਤੇ ਵਡਮੁੱਲਾ ਜਿਹੜਾ ਆਦਾਨ ਪ੍ਰਦਾਨ ਹੈ ਵਿਚਾਰਾਂ ਦਾ ਉਹ ਹੋਊਗਾ। ਔਰ ਹਮੇਸ਼ਾ ਡਾਇਲੌਗ ਦੇ ਨਾਲ, ਗੱਲਬਾਤ ਦੇ ਨਾਲ, ਇਹ ਨਹੀਂ ਵੀ ਸਿਰਫ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਹੀ ਭਗਵੰਤ ਮਾਨ ਪੰਜਾਬ ਦੀ ਆਰਥਿਕਤਾ ਨੂੰ ਸੰਭਾਲ ਲੈਣਗੇ। ਨਵਜੋਤ ਸਿੰਘ ਸਿੱਧੂ ਦੇ ਸੁਝਾਵਾਂ ਤੇ ਵੀ ਬਹੁਤ ਸਾਰਿਆਂ ਤੇ ਅਗਰ ਭਗਵੰਤ ਮਾਨ ਉਹਨਾਂ ਨੂੰ ਇੰਪਲੀਮੈਂਟ ਕਰਨਾ ਚਾਹਣ, ਐਕਸਪਰਟ ਨਾਲ ਸਲਾਹ ਮਸ਼ਵਰਾ ਕਰਕੇ ਉਹ ਜਿਹੜੀ ਪਾਲਿਸੀ ਮੇਕਿੰਗ ਹੈ, ਪਾਲਿਸੀ ਡਰਾਫਟਿੰਗ ਹੈ, ਉਹਦੇ ਚ ਇਨਪੁਟ ਲੈ ਸਕਦੇ ਨੇ ਸਮੇਂ-ਸਮੇਂ ਤੇ ਨਵਜੋਤ ਸਿੰਘ ਸਿੱਧੂ ਤੋਂ। ਸਿਰਫ ਨਵਜੋਤ ਸਿੰਘ ਸਿੱਧੂ ਨਹੀਂ, ਹੋਰ ਵੀ ਪੰਜਾਬ 'ਚ ਬਹੁਤ ਸਾਰੇ ਬੁੱਧੀਜੀਵੀ ਹੋਣਗੇ ਜਿਨ੍ਹਾਂ ਦੇ ਨਾਲ ਭਗਵੰਤ ਮਾਨ ਉਹਨਾਂ ਨੂੰ ਡਾਇਲੌਗ ਦੇ ਵਿੱਚ ਆਉਣਾ ਚਾਹੀਦਾ। ਇਹੀ ਇੱਕ ਸਿਹਤਮੰਦ ਪਾਲਿਸੀ ਮੇਕਿੰਗ ਦੀ ਦਿਸ਼ਾ ਦੇ ਵਿੱਚ ਅਸੀਂ ਇਸ ਗੱਲ ਨੂੰ ਦੇਖ ਸਕਦੇ ਹਾਂ। ਸੋ ਇਹ ਮੀਟਿੰਗ ਹੈ ਜਿਹੜੀ ਫਰੂਟਫੁਲ ਹੈ। ਇਹ ਪਹਿਲੀ ਮੀਟਿੰਗ ਹੈ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ। ਆਸ ਕਰਦੇ ਹਾਂ ਕਿ ਇਹਦੇ ਨਾਲ ਪੰਜਾਬ ਦੇ ਭਲੇ ਦੀ ਗੱਲ ਹੋਏਗੀ ਔਰ ਨਵਜੋਤ ਸਿੰਘ ਸਿੱਧੂ ਹੋ ਗਏ, ਭਗਵੰਤ ਮਾਨ ਹੋ ਗਏ ਜਾਂ ਹੋਰ ਵੀ ਲੀਡਰ ਹੋ ਗਏ, ਇੱਥੋਂ ਤੱਕ ਕਿ ਡਾਕਟਰ ਧਰਮਵੀਰ ਗਾਂਧੀ ਨੇ ਆਉਣ ਵਾਲੇ ਸਮੇਂ 'ਚ ਉਹਨਾਂ ਦੀਆਂ ਰਿਕਮੈਂਡੇਸ਼ਨਸ ਵੀ ਬੜੀਆਂ ਵੈਲਿਊਏਬਲ ਹੁੰਦੀਆਂ ਨੇ। ਸੁਖਪਾਲ ਖਹਿਰਾ ਦੇ ਸੁਝਾਅ ਬੜੇ ਚੰਗੇ ਹੁੰਦੇ ਨੇ। ਭਗਵੰਤ ਮਾਨ ਨੂੰ ਮੈਂ ਤਾਂ ਇਹ ਚਾਹੂੰਗਾ ਕਿ ਭਗਵੰਤ ਮਾਨ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਵੱਡੇ ਓਪੋਜੀਸ਼ਨ ਦੇ ਲੀਡਰ ਨੇ, ਉਹ 'ਚ ਪ੍ਰਤਾਪ ਬਾਜਵਾ ਵੀ ਨੇ, ਸੁਖਪਾਲ ਖਹਿਰਾ ਵੀ ਨੇ, ਨਵਜੋਤ ਸਿੰਘ ਸਿੱਧੂ ਨੇ, ਉਹਦੇ 'ਚ ਡਾਕਟਰ ਧਰਮਵੀਰ ਗਾਂਧੀ ਨੇ। ਸੋ ਇਹਨਾਂ ਸਾਰਿਆਂ ਨੂੰ ਉਹਨਾਂ ਨੂੰ ਸਮੇਂ-ਸਮੇਂ ਤੇ ਜ਼ਰੂਰ ਮਿਲਣਾ ਚਾਹੀਦਾ ਹੈ ਔਰ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਇੰਪੋਰਟੈਂਟ ਟੌਪਿਕਸ ਦੇ ਉੱਤੇ। ਡਾਇਲੌਗ ਤੋਂ ਬਾਅਦ ਅਗਰ ਚੰਗੀਆਂ ਚੀਜ਼ਾਂ ਨਿਕਲ ਕੇ ਆਉਣ, ਦੇਖੋ ਨਾਮ ਭਗਵੰਤ ਮਾਨ ਦਾ ਬਣਨਾ, ਅਗਰ ਕੋਈ ਵੀ ਵੱਡੇ ਫੈਸਲੇ ਭਗਵੰਤ ਮਾਨ ਕਰ ਜਾਂਦੇ ਨੇ, ਇੰਪਲੀਮੈਂਟ ਕਰ ਜਾਂਦੇ ਨੇ ਉਹਨਾਂ ਨੂੰ ਗਰਾਊਂਡ 'ਚ, ਪਾਲਿਸੀ ਨੀਤੀ ਚੰਗੀ ਬਣ ਜਾਂਦੀ ਹੈ। ਹੁਣ ਐਕਸਾਈਜ਼ ਹੈ, ਹੁਣ ਮੈਂ ਦਿੱਲੀ ਜਾ ਕੇ ਆਇਆ, ਦਿੱਲੀ 'ਚ ਆਮ ਚਰਚਾ ਹੈ, ਉੱਥੇ 3 ਵੀਲਰ ਵਾਲੇ, ਟੈਕਸੀ ਵਾਲੇ ਉਹ ਬੜੇ ਹੈਰਾਨ ਹੈ। ਕਈ ਜਗ੍ਹਾ ਉੱਥੇ ਸ਼ਰਾਬ ਦੀ ਇੱਕ ਬੋਤਲ ਨਾਲ ਇੱਕ ਬੋਤਲ ਫ੍ਰੀ ਦਿੱਤੀ ਜਾ ਰਹੀ ਹੈ। ਇਹ ਕਿਸ ਤਰ੍ਹਾਂ ਦੀ ਐਕਸਾਈਜ਼ ਪਾਲਿਸੀ ਹੈ? ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਦਿੱਲੀ 'ਚ ਸ਼ਰਾਬ ਦਾ ਕਾਰੋਬਾਰ ਪ੍ਰਾਈਵੇਟ ਹੱਥਾਂ 'ਚ ਆ ਗਿਆ। ਪੰਜਾਬ 'ਚ ਪਹਿਲਾਂ ਹੀ ਪ੍ਰਾਈਵੇਟ ਹੱਥਾਂ 'ਚ ਹੈ ਸ਼ਰਾਬ ਦਾ ਕਾਰੋਬਾਰ ਔਰ ਪੰਜਾਬ 'ਚ ਸ਼ਰਾਬ ਦੇ ਕਾਰੋਬਾਰ ਨੇ ਨੁਕਸਾਨ ਕੀਤਾ ਸਾਡੇ ਖਜ਼ਾਨੇ ਨੂੰ, ਰੈਵਨਿਊ ਦਾ ਲਾਸ ਹੈ ਪੰਜਾਬ ਨੂੰ। ਭਾਵੇਂ ਐਕਸਾਈਜ਼ ਤੋਂ ਥੋੜਾ ਬਹੁਤਾ ਪ੍ਰੋਫਿਟ ਹੈ ਪਰ ਉਹ ਇੰਨਾ ਪ੍ਰੋਫਿਟ ਨਹੀਂ ਕਿ ਅਸੀਂ ਸੂਬਾ ਖੁਸ਼ਹਾਲ ਕਰੀਏ। ਅਸੀਂ ਬਹੁਤ ਜ਼ਿਆਦਾ ਇਨਕਮ ਬਣਾ ਸਕਦੇ ਹਾਂ ਐਕਸਾਈਜ਼ ਤੋਂ, ਪਰ ਉਹਦੇ ਲਈ ਸਾਨੂੰ ਸਹੀ ਪਾਲਿਸੀ ਤੇ ਚੱਲਣਾ ਪੈਣਾ ਹੈ। ਉਹ 'ਚ ਨਵਜੋਤ ਸਿੰਘ ਸਿੱਧੂ ਲਗਾਤਾਰ ਉਹਨਾਂ ਨੇ ਐਕਸਾਈਜ਼ ਪਾਲਿਸੀ ਵੀ ਬਣਾ ਕੇ ਦਿੱਤੀ, ਲਗਾਤਾਰ ਉਹਨਾਂ ਨੇ ਮੰਗ ਕੀਤੀ, ਮਾਫ ਕਰਨਾ, ਐਕਸਾਈਜ਼ ਪਾਲਿਸੀ ਨਹੀਂ ਬਣਾ ਕੇ ਦਿੱਤੀ, ਉਹਦੇ ਟਿਪਸ ਦਿੱਤੇ, ਲਗਾਤਾਰ ਮੰਗ ਕੀਤੀ ਪਹਿਲੀ ਕੈਬਨਿਟ ਤੋਂ, ਮਾਈਨਿੰਗ ਦੀ ਪਾਲਿਸੀ ਦਾ ਡਰਾਫਟ ਦਿੱਤਾ। ਸੋ ਇਹ ਡਰਾਫਟ ਅਗਰ ਨਵਜੋਤ ਸਿੰਘ ਸਿੱਧੂ ਦੇ, ਅਗਰ ਭਗਵੰਤ ਮਾਨ ਇਹਨਾਂ ਡਰਾਫਟਾਂ ਦੇ ਉੱਤੇ ਵੀ ਅੱਗੇ ਵਧਣ, ਚੰਗੀ ਸਲਾਹ ਕਹਿੰਦੇ ਕਿਸੇ ਤੋਂ ਵੀ ਮਿਲੇ, ਉਹਨੂੰ ਅਡਾਪਟ ਕਰਨਾ ਚਾਹੀਦਾ ਸੂਬੇ ਦੇ ਹੱਕ 'ਚ, ਉਹਦਾ ਫਾਇਦਾ ਹੁੰਦਾ। ਸੋ ਮੈਨੂੰ ਲੱਗਦਾ ਇਹ ਮੀਟਿੰਗ ਹੈ ਬੜੀ ਫਰੂਟਫੁਲ ਰਹਿਣ ਵਾਲੀ ਹੈ ਔਰ ਇਹਦੇ ਨਾਲ ਇੱਕ ਸਿਹਤਮੰਦ ਸਿਆਸਤ ਵਾਲੇ ਪਾਸੇ ਵੀ ਪੰਜਾਬ ਹੈ ਜਿਹੜਾ ਉਹ ਅੱਗੇ ਵਧੂਗਾ। ਤੇ ਡੱਲਾ ਜੀ, ਨਵਜੋਤ ਸਿੰਘ ਸਿੱਧੂ ਨੇ ਅੱਜ ਦਿਨੇ ਵੀ 2 ਟਵੀਟ ਕੀਤੇ ਨੇ, ਇਹਨਾਂ ਦੋਨੇ ਟਵੀਟਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੇ 2 ਟਵੀਟਸ ਨੇ ਇਹ ਉਹਨਾਂ ਦੇ ਆਪਣੇ ਦਿਲ ਦੀਆਂ ਭਾਵਨਾਵਾਂ ਨੇ। ਸੋ ਇਹ ਨਵਜੋਤ ਸਿੰਘ ਸਿੱਧੂ ਦੇ ਆਪਣੇ ਦਿਲ ਦੀਆਂ ਭਾਵਨਾਵਾਂ ਨੇ। ਹਾਲਾਂਕਿ ਮੈਂ ਮੀਡੀਆ ਦੇਖ ਰਿਹਾ ਸੀ, ਮੀਡੀਆ ਦਾ ਵੱਡਾ ਹਿੱਸਾ ਇਹਨਾਂ ਟਵੀਟਸ ਨੂੰ ਜਿਹੜੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੈ ਜਾਂ ਕਾਂਗਰਸ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹਦੇ ਨਾਲ ਜੋੜ ਕੇ ਦੇਖ ਰਿਹਾ ਸੀ, ਪਰ ਮੈਂ ਇਹਨੂੰ ਇਸ ਤਰੀਕੇ ਨਾਲ ਨਹੀਂ ਦੇਖਦਾ। ਪਰ ਹਾਂ, ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਨੋਟਿਸ ਕੀਤਾ ਗਿਆ, ਹਰੀਸ਼ ਚੌਧਰੀ ਨੇ ਚਿੱਠੀ ਲਿਖੀ, ਉਹਦੇ ਨਾਲ ਕਿਤੇ ਨਾ ਕਿਤੇ ਕਾਂਗਰਸ ਇੱਕ ਮਜ਼ਬੂਤ ਵਿਰੋਧੀ ਧਿਰ ਬਣਨ ਦੀ ਬਜਾਏ ਦੁਬਾਰਾ ਇੱਕ ਦੂਸਰੇ ਤੇ ਇਲਜ਼ਾਮਬਾਜ਼ੀਆਂ ਵਾਲੇ ਪਾਸੇ ਚਲੀ ਗਈ। ਦੇਖੋ ਸੱਤਾ ਬਦਲੀ, ਨਵਜੋਤ ਸਿੰਘ ਸਿੱਧੂ ਨਹੀਂ ਜਿੱਤੇ ਪਰ ਉਹ ਸਰਗਰਮ ਨੇ ਇੱਕ ਲੀਡਰ ਦੇ ਤੌਰ ਦੇ ਉੱਤੇ। ਇੰਦਰਾ ਗਾਂਧੀ ਵੀ ਹਾਰ ਗਈ ਸੀ, ਅਟਲ ਬਿਹਾਰੀ ਵਾਜਪਾਈ, ਅਡਵਾਨੀ ਵਰਗੇ ਵੱਡੇ ਵੱਡੇ ਲੀਡਰ ਨੇ ਜਿਹੜੇ ਨਹੀਂ ਅੱਗੇ ਜਾ ਸਕੇ, ਲੇਕਿਨ ਇਹ ਨਹੀਂ ਵੀ ਉਹਨਾਂ ਨੇ ਦੇਸ਼ ਲਈ ਕੰਟਰੀਬਿਊਟ ਨਹੀਂ ਕੀਤਾ ਜਾਂ ਆਪਣੀ ਸਿਆਸਤ ਖਤਮ ਕਰ ਲਈ। ਸਿਆਸਤ ਦਾ ਮਤਲਬ ਸਿਰਫ ਪਾਰਲੀਮੈਂਟ 'ਚ ਜਾਂ ਲੋਕ ਸਭਾ 'ਚ ਜਾਂ ਰਾਜ ਸਭਾ 'ਚ ਜਾਂ ਵਿਧਾਨ ਸਭਾ 'ਚ ਜਾਣਾ ਨਹੀਂ ਹੁੰਦਾ। ਸਿਆਸਤ ਦਾ ਮਤਲਬ ਹੁੰਦਾ ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨੀ, ਤੇ ਅਗਰ ਤੁਸੀਂ ਸੱਤਾ 'ਚੋਂ ਤਾਂ ਉਹਨੂੰ ਇੰਪਲੀਮੈਂਟ ਕਰਨਾ, ਅਗਰ ਸੱਤਾ 'ਚ ਨਹੀਂ ਹੋ ਤੇ ਉਹਨੂੰ ਇੰਪਲੀਮੈਂਟ ਕਰਾਉਣਾ ਜਾਂ ਸਰਕਾਰ ਦੇ ਧਿਆਨ 'ਚ ਬਾਰ-ਬਾਰ ਉਹ ਗੱਲਾਂ ਲਿਆਉਣੀਆਂ ਜਿਹੜੀਆਂ ਜ਼ਰੂਰੀ ਨੇ। ਨਵਜੋਤ ਸਿੰਘ ਸਿੱਧੂ ਉਸ ਗੱਲ ਨੂੰ ਪੁਗਾ ਰਿਹਾ। ਹੁਣ ਚਾਹੀਦਾ ਤਾਂ ਇਹ ਸੀ ਕਾਂਗਰਸ ਨੂੰ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ, ਪ੍ਰਧਾਨ ਰਾਜਾ ਵੜਿੰਗ ਬਣਿਆ, ਇਹ ਸਾਰੇ ਲੋਕ ਸਿਰਫ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ, ਕੋਈ ਫਰਕ ਨਹੀਂ ਪੈਂਦਾ, ਕੋਈ ਆਪਣੇ ਢੰਗ ਨਾਲ ਕੰਮ ਕਰ ਰਿਹਾ ਹੈ, ਕੋਈ ਵੱਖਰੇ ਢੰਗ ਨਾਲ ਕੰਮ ਕਰ ਰਿਹਾ ਹੈ। ਜ਼ਰੂਰੀ ਨਹੀਂ ਕਿ ਕਾਂਗਰਸ ਸਾਰੀ ਇਕੱਠੀ ਹੋ ਗਈ ਇੱਕ ਦਿਨ ਧਰਨਾ ਦੇਵੇ। ਹਰ ਲੀਡਰ ਆਪਣੀ ਕਾਬਲੀਅਤ, ਆਪਣੀ ਸਹੂਲਤ ਦੇ ਹਿਸਾਬ ਦੇ ਨਾਲ ਸਿਆਸਤ ਦੇ ਵਿੱਚ ਵਿਚਰਦਾ। ਇਹ ਕੋਈ ਤਨਖਾਹ ਵਾਲਾ ਪੇਸ਼ਾ ਨਹੀਂ ਹੈਗਾ। ਸੋ ਇਸ ਕਰਕੇ ਕਾਂਗਰਸ ਨੇ ਜਿਹੜੀ ਅਨੁਸ਼ਾਸਨ ਵਾਲੀ ਗੱਲ ਛੇੜ ਲਈ। ਹੁਣ ਕਾਂਗਰਸ ਜਦੋਂ ਜਦੋਂ ਅਨੁਸ਼ਾਸਨ ਦੀ ਗੱਲ ਛੇੜੂ ਤੇ ਕਾਂਗਰਸ ਦੀ ਅਨੁਸ਼ਾਸਨਹੀਨਤਾ ਖੁਦ ਸੁਰਖੀ ਬਣ ਜਾਣੀ।
ਹੁਣ ਰਾਜਾ ਵੜਿੰਗ ਜੀ ਕਹਿੰਦੇ ਸੀ ਵੀ ਜਦੋਂ ਮੈਂ ਪ੍ਰਧਾਨ ਬਣਿਆ ਵੀ ਪੁਰਾਣੇ ਮਾਮਲੇ ਨਹੀਂ ਛੇੜੇ ਜਾਣੇ, ਅੱਜ ਤੋਂ ਬਾਅਦ ਜਿਹੜਾ ਅਨੁਸ਼ਾਸਨ ਕਰੂਗਾ ਉਹਦੇ ਤੇ ਕਾਰਵਾਈ ਕਰਾਂਗੇ। ਆ ਕੱਲ ਪਰਸੋਂ ਪਟਿਆਲੇ ਗਏ ਸੀ ਰਾਜਾ ਵੜਿੰਗ ਜੀ, ਉਹਨਾਂ ਨੇ ਆਪ ਹੀ ਬੀਬੀ ਪ੍ਰਨੀਤ ਕੌਰ ਵਾਲਾ ਮਾਮਲਾ ਛੇੜ ਲਿਆ ਜੀ। ਹੁਣ ਪ੍ਰਨੀਤ ਕੌਰ ਨੂੰ ਤਾਂ ਹਰੀਸ਼ ਚੌਧਰੀ ਨੇ ਨੋਟਿਸ ਕੀਤਾ ਸੀ। ਕੀ ਹਰੀਸ਼ ਚੌਧਰੀ ਨੇ ਜਿਹੜਾ ਪ੍ਰਨੀਤ ਕੌਰ ਨੂੰ ਨੋਟਿਸ ਕੀਤਾ ਸੀ, ਹਰੀਸ਼ ਚੌਧਰੀ ਕੁਝ ਕਰ ਸਕੇ ਕਾਰਵਾਈ? ਹਰੀਸ਼ ਚੌਧਰੀ ਸੁਨੀਲ ਜਾਖੜ ਤੇ ਚਿੱਠੀ ਪਾਤੀ ਹਾਈ ਕਮਾਂਡ ਨੂੰ, ਨਵਜੋਤ ਸਿੰਘ ਸਿੱਧੂ ਬਾਰੇ ਚਿੱਠੀ ਪਾਤੀ ਹਾਈ ਕਮਾਂਡ ਨੂੰ। ਕੀ ਉਹਨਾਂ ਦੀ ਹਿੰਮਤ ਹੀ ਨਹੀਂ ਹੋਈ ਵੀ ਬੀਬੀ ਪ੍ਰਨੀਤ ਕੌਰ ਬਾਰੇ ਚਿੱਠੀ ਪਾ ਦਿੰਦੇ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਹ ਕੈਪਟਨ ਅਮਰਿੰਦਰ ਦੀ ਧਰਮ ਪਤਨੀ ਹੈ। ਕੀ ਸਿਆਸੀ ਤੌਰ ਤੇ ਉਹਨਾਂ ਨੂੰ ਭੈ ਆਉਂਦਾ ਕਿਸੇ ਤਰ੍ਹਾਂ ਦਾ? ਹਰੀਸ਼ ਚੌਧਰੀ ਉਹਨਾਂ ਨੂੰ ਸਵਾਲ ਬਹੁਤ ਵੱਡਾ ਨਾ। ਦੇਖੋ, ਹੋਰ ਕਿਸੇ ਬਾਰੇ ਚਿੱਠੀ ਨਹੀਂ ਪਾਈ, ਨਹੀਂ ਪਾ ਸਕੇ, ਕਿਉਂ ਨਹੀਂ ਪਾ ਸਕੇ? ਫਿਰ ਸ਼ਮਸ਼ੇਰ ਦੂਲੋ ਨੇ ਤਾਂ ਐਡੇ ਵੱਡੇ ਇਲਜ਼ਾਮ ਹਰੀਸ਼ ਚੌਧਰੀ ਤੇ ਲਾਤੇ ਸੀ। ਫਿਰ ਇੱਕ ਐਮਪੀ ਨੇ ਹਰੀਸ਼ ਚੌਧਰੀ ਬਾਰੇ ਪੋਸਟ ਪਾਤੀ ਸੋਸ਼ਲ ਮੀਡੀਆ ਤੇ, ਕੀ ਲਿਖ ਕੇ ਪਾਇਆ? ਹਰੀਸ਼ ਚੌਧਰੀ ਜਮਾ ਰਿਐਕਟ ਨਹੀਂ ਕਰ ਸਕੇ ਉਹਦੇ ਤੇ, ਕਿਉਂਕਿ ਅਗਰ ਹਰੀਸ਼ ਚੌਧਰੀ ਰਿਐਕਟ ਕਰਦੇ ਤਾਂ ਹੋ ਸਕਦਾ ਕੋਈ ਨਵੀਂ ਤਰ੍ਹਾਂ ਦੀ ਸਿਆਸਤ ਜਨਮ ਲੈ ਲੈਂਦੀ। ਪਰ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਇਹਨਾਂ ਬਾਰੇ ਚਿੱਠੀ ਪਾਤੀ। ਹੁਣ ਰਾਜਾ ਵੜਿੰਗ ਕਹਿੰਦੇ, ਰਾਜਾ ਵੜਿੰਗ ਵੀ ਨਵਜੋਤ ਸਿੰਘ ਸਿੱਧੂ ਵਾਲੀ ਗੱਲ ਤੇ ਆ ਗਏ ਵੀ ਜਾਂ ਫਿਰ ਮੈਂ, ਉਹਨਾਂ ਨੇ ਇੱਕ ਤਰੀਕੇ ਨਾਲ ਕਹਿਤਾ ਵੀ ਫਿਰ ਮੈਂ ਪ੍ਰਧਾਨਗੀ ਦੀ ਮੈਨੂੰ ਪਰਵਾਹ ਨਹੀਂ ਜੀ। ਤੇ ਨਵਜੋਤ ਸਿੰਘ ਸਿੱਧੂ ਵੀ ਇਹੀ ਕਹਿੰਦਾ ਸੀ। ਤੇ ਫਿਰ ਰਾਜਾ ਵੜਿੰਗ ਨੂੰ ਉਹ ਗੱਲ ਕਿਉਂ ਕਰਨੀ ਪਈ? ਕਿਉਂਕਿ ਰਾਜਾ ਵੜਿੰਗ ਨੇ ਮਹਿਸੂਸ ਕਰ ਲਿਆ ਹੋਣਾ ਕਿ ਕਾਂਗਰਸ ਦੇ ਵਿੱਚ ਜਿਹੜਾ ਪ੍ਰਧਾਨ ਹੈ ਉਹ ਉਸ ਆਜ਼ਾਦੀ ਨਾਲ ਫੈਸਲੇ ਨਹੀਂ ਲੈ ਪਾਉਂਦਾ, ਬੜੀਆਂ ਅੜਚਣਾਂ ਨੇ। ਹੁਣ ਰਾਜਾ ਵੜਿੰਗ ਨੇ ਬੀਬੀ ਪ੍ਰਨੀਤ ਕੌਰ ਦਾ ਮਸਲਾ ਛੇੜ ਲਿਆ। ਹੁਣ ਬੀਬੀ ਪ੍ਰਨੀਤ ਕੌਰ ਦਾ ਮਸਲਾ ਤਾਂ ਇਨਡਿਸਪਲਿਨ ਵਾਲਾ, ਕਿਉਂਕਿ ਉਹਨਾਂ ਨੇ ਪ੍ਰਚਾਰ ਕੀਤਾ ਸੀ ਪੰਜਾਬ ਲੋਕ ਕਾਂਗਰਸ ਕੈਪਟਨ ਅਮਰਿੰਦਰ ਦੇ ਹੱਕ 'ਚ, ਉਹ ਆਪ ਐਮਪੀ ਕਾਂਗਰਸ ਦੇ। ਕਾਂਗਰਸ ਕਿਸੇ 'ਚ ਹਿੰਮਤ ਨਹੀਂ ਹੋਈ ਕਿ ਪ੍ਰਨੀਤ ਕੌਰ ਦਾ ਮਾਮਲਾ ਅਨੁਸ਼ਾਸਨ ਕਮੇਟੀ 'ਚ ਲੈ ਜਾਣ, ਉੱਥੇ ਮੀਟਿੰਗ ਹੀ ਕਰ ਲੈਣ ਕਿ ਬੀਬੀ ਪ੍ਰਨੀਤ ਕੌਰ ਨੇ ਐ ਕਿਉਂ ਕੀਤਾ। ਇੱਕ ਦੂਜੇ ਦੇ ਖਿਲਾਫ ਬੋਲਣਾ ਹੋਰ ਗੱਲ ਹੈ, ਇੱਕ ਪਾਰਟੀ 'ਚ ਹੁੰਦੇ ਹੋਏ ਦੂਸਰੀ ਪਾਰਟੀ ਦਾ ਪ੍ਰਚਾਰ ਕਰਾਉਣਾ ਹੋਰ ਗੱਲ ਹੈ। ਔਰ ਉਹ ਵੀ ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਖਰੀ ਪਾਰਟੀ ਬਣਾ ਕੇ ਛੱਡ ਗਏ ਕਾਂਗਰਸ, ਉਸ ਦੇ ਬਾਵਜੂਦ ਵੀ। ਸੋ ਇਸ ਕਰਕੇ ਹੁਣ ਰਾਜਾ ਵੜਿੰਗ ਨੇ ਗੱਲ ਤਾਂ ਕਰਤੀ। ਹੁਣ ਸਵਾਲ ਇਹ ਹੈ ਵੀ ਕੀ ਰਾਜਾ ਵੜਿੰਗ 'ਚ ਐਡੀ ਪੋਲੀਟੀਕਲ ਤਾਕਤ ਹੈ ਬਤੌਰ ਪ੍ਰਧਾਨ ਕਿ ਉਹ ਬੀਬੀ ਪ੍ਰਨੀਤ ਕੌਰ ਤੇ ਕਾਰਵਾਈ ਕਰਾ ਜਾਣ ਹਰੀਸ਼ ਚੌਧਰੀ ਤੋਂ, ਜਾਂ ਕਾਂਗਰਸ ਦੀ ਹਾਈ ਕਮਾਂਡ ਰਾਜਾ ਵੜਿੰਗ ਦੀ ਗੱਲ ਮੰਨ ਲੂ ਵੀ ਬੀਬੀ ਪ੍ਰਨੀਤ ਕੌਰ ਤੇ ਕਾਰਵਾਈ ਕਰ ਦੇਣਗੇ। ਸੋ ਇਹ ਰਾਜਾ ਵੜਿੰਗ ਉਹਨਾਂ ਨੇ ਬੈਠੇ ਬਿਠਾਏ ਇੱਕ ਨਵਾਂ ਮੁੱਦਾ ਛੇੜ ਲਿਆ। ਹੁਣ ਉਹ ਪਹਿਲਾਂ ਕਹਿੰਦੇ ਸੀ ਵੀ ਪੁਰਾਣੇ ਮੁੱਦੇ ਨਹੀਂ ਛੇੜਨੇ, ਪਰ ਉਹਨਾਂ ਨੇ ਆਪ ਹੀ ਛੇੜ ਲਿਆ। ਹੁਣ ਇਸ ਕਰਕੇ ਕਾਂਗਰਸ 'ਚ ਇਨਡਿਸਪਲਿਨ ਦੀਆਂ ਗੱਲਾਂ, ਕਾਂਗਰਸ 'ਚ ਅਨੁਸ਼ਾਸਨਹੀਨਤਾ ਦੀਆਂ ਗੱਲਾਂ ਹੋਰ ਨਿਕਲ ਗਈਆਂ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਿਕਲਣਗੀਆਂ। ਹੁਣ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਜੇ ਕਹਿੰਦੇ ਸੀ ਮੀਟਿੰਗ ਹੋਣੀ ਹੈ, ਫਿਰ ਉਹ ਨਹੀਂ ਹੋਈ। ਕਿਤੇ ਕਾਂਗਰਸ ਦੀ ਹਾਈ ਕਮਾਂਡ ਫਿਰ ਇਹ ਤਾਂ ਨਹੀਂ ਸੋਚ ਰਹੀ ਵੀ ਜੇ ਕਿਤੇ ਅਨੁਸ਼ਾਸਨ ਕਮੇਟੀ ਦੀ ਬੈਠਕ ਬੁਲਾ ਕੇ ਨਵਜੋਤ ਸਿੰਘ ਸਿੱਧੂ ਤੇ ਕਾਰਵਾਈ ਕਰਤੀ, ਕਿਤੇ ਜਿਹੜੀ ਮਾੜੀ ਮੋਟੀ ਕਾਂਗਰਸ ਬਚ ਰਹੀ ਹੈ ਕਿਤੇ ਹੋਰ ਨਾ ਖਿੰਡ ਜੇ। ਕਾਂਗਰਸ ਦੇ ਖਿੰਡਣ ਦਾ ਡਰ ਵੀ ਹਾਈ ਕਮਾਂਡ ਨੂੰ ਹੋਣਾ। ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਸਪਸ਼ਟ ਕਹਿਤਾ। ਨਵਜੋਤ ਸਿੰਘ ਸਿੱਧੂ ਕਹਿੰਦਾ, ਨਵਜੋਤ ਸਿੰਘ ਸਿੱਧੂ ਦੇ ਇਸ ਗੱਲ ਦਾ ਮਤਲਬ ਸਮਝੋ, ਕਹਿੰਦੇ ਕਰਤੇ ਤੋਂ ਦੋਨੋਂ ਹੀ ਥੇ, ਹਮ ਕੋਸ਼ਿਸ਼ वो साजिश। ਹੁਣ ਨਵਜੋਤ ਸਿੰਘ ਸਿੱਧੂ ਦੇ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਤਾਂ ਪੰਜਾਬ ਦੇ ਭਲੇ ਦੀਆਂ ਕੋਸ਼ਿਸ਼ਾਂ ਪਹਿਲਾਂ ਹੀ ਕਰੀ ਜਾਂਦਾ ਸੀ ਤੇ ਦੂਜੇ ਪਾਸੇ ਸਾਜ਼ਿਸ਼ਾਂ ਹੁੰਦੀਆਂ ਸੀ। ਹੁਣ ਤੁਸੀਂ ਦੇਖੋ, ਨਵਜੋਤ ਸਿੰਘ ਸਿੱਧੂ ਨੇ ਜਦੋਂ ਮੰਤਰੀ ਦਾ ਅਹੁਦਾ ਹੀ ਛੱਡਤਾ, ਇਹਦਾ ਮਤਲਬ ਉਹਨੂੰ ਕੁਰਸੀ ਦਾ ਲਾਲਚ ਨਹੀਂ ਸੀ। ਤੇ ਉਹ ਲੜਦਾ ਕਿਸ ਗੱਲ ਲਈ ਸੀ ਵੀ ਰੇਤੇ ਦਾ ਮਾਫੀਆ ਖਤਮ ਕਰੋ, ਕੀ ਗਲਤ ਹੈ? ਸ਼ਰਾਬ ਦੀ ਪਾਲਿਸੀ ਬਣਾਓ ਐਕਸਾਈਜ਼ ਦੀ, ਕੀ ਗਲਤ ਹੈ? ਸੋ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਗਲਤ ਨਹੀਂ ਸੀ। ਅਸਤੀਫਾ ਜਦੋਂ ਉਹਨਾਂ ਨੇ ਦਿੱਤਾ, ਕਿਉਂ ਦਿੱਤਾ? ਕਹਿੰਦੇ ਡੀਜੀਪੀ ਉਹ ਲਾਓ ਜਿਹੜਾ ਬੰਦਾ ਬਿਲਕੁਲ ਨਵਾਂ ਹੋਵੇ, ਕਿਸੇ ਨਾਲ ਸੰਬੰਧ ਨਾ ਹੋਵੇ। ਐਡਵੋਕੇਟ ਜਨਰਲ ਉਹ ਲਾਓ ਕਿਸੇ ਨਾਲ ਸੰਬੰਧ ਨਾ ਹੋਵੇ। ਹੁਣ ਵੀ ਤਾਂ ਉਹੀ ਲੱਗੀ ਹੈ ਨਾ, ਹੁਣ ਗੱਲ ਸ਼ੁਰੂ ਹੋਈ ਹੈ ਅੱਗੇ। ਸੋ ਮੰਗਾ ਨਵਜੋਤ ਸਿੰਘ ਸਿੱਧੂ ਦੀਆਂ ਗਲਤ ਨਹੀਂ ਸੀ। ਅਸਲ 'ਚ ਕਾਂਗਰਸ ਪਾਰਟੀ ਉਸ ਵਕਤ ਡਿਸੀਜਨ ਨਹੀਂ ਲੈ ਸਕੀ। ਕਈ ਵਾਰੀ ਸੱਤਾ ਦਾ ਜਿਹੜਾ ਲੋਰ ਹੁੰਦਾ ਨਾ, ਪੀਂਗ ਦਾ ਝੂਟਾ ਹੁੰਦਾ ਜਿਹੜਾ ਜੀ, ਜਦੋਂ ਬੰਦਾ ਪੀਂਗ ਝੂਟ ਰਿਹਾ ਹੁੰਦਾ ਹੈ ਤੇ ਜਦੋਂ ਬੰਦਾ ਪੀਂਗ ਝੂਟਦਾ ਕਿਉਂਕਿ ਪੀਂਗ ਲੋਰ 'ਚ ਆ ਜਾਂਦਾ ਤੇ ਉਦੋਂ ਫਿਰ ਉਹਨੂੰ ਐਂ ਲੱਗਦਾ ਵੀ ਬਸ ਇਹ ਪੀਂਗ ਰੁਕਣੀ ਨਹੀਂ, ਇਹ ਸੱਤਾ ਦੀ ਲੋਰ ਹੀ ਰਹਿਣੀ ਹੈ। ਸੋ ਕਾਂਗਰਸ ਲੋਰ 'ਚ ਸੱਚ ਸਮਝ ਨਹੀਂ ਸਕੀ, ਮੈਂ ਇਹ ਕਹਿ ਸਕਦਾ। ਸੋ ਡੱਲਾ ਜੀ, ਤੁਸੀਂ ਆਪਣੇ ਕੀਮਤੀ ਸਮਾਂ ਕੱਢਿਆ ਤੇ ਆਪਣੇ ਵਿਚਾਰ ਹੈ ਜਿਹੜੇ ਇਹਨਾਂ ਅਹਿਮ ਸਵਾਲਾਂ ਦੇ ਉੱਪਰ ਸਾਂਝੇ ਕੀਤੇ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਮਨਦੀਪ ਜੀ, ਬਹੁਤ ਬਹੁਤ ਧੰਨਵਾਦ।